ਹੋਰ ਹੈ ਰੈਡ ਐਫਐਮ। ਹੁਣ ਪਿਆਰ ਤੋਂ ਬਾਅਦ ਅਸੀਂ ਦਿਮਾਗ ਦੀ ਗੱਲ ਕਰਾਂਗੇ। ਰੈਪਿਡ ਫਾਇਰ ਰਾਉਂਡ ਆ ਇਹ ਜੀ। ਮੈਂ ਸਵਾਲ ਪੁੱਛਾਂਗੀ, ਤੁਹਾਨੂੰ 3 ਸੈਕਿੰਡ ਮਿਲਣਗੇ, ਲਾਈਕ 1 2 3 ਐਂਡ ਤੁਸੀਂ ਜਵਾਬ ਦੇਣਾ ਹੈ। ਜੀ ਜੋ ਵੀ ਤੁਹਾਡੇ ਦਿਮਾਗ ਚ ਆਉਂਦਾ ਤੁਸੀਂ ਜਵਾਬ ਦੇ ਸਕਦੇ ਹੋ। ਠੀਕ ਆ, ਸ਼ੁਰੂ ਕਰੀਏ। ਮੈਂ ਆਪਕੇ ਪਾਸ ਤੇ ਲਿਖੇ ਹੋਇਆ ਦੇਖੋ। ਓਕੇ, ਤੁਹਾਡੇ ਫੋਨ ਤੇ ਇਸ ਟਾਈਮ ਕਿਹੜਾ ਗਾਣਾ ਲੂਪ ਤੇ ਚੱਲਦਾ ਹੈ? ਕੋਈ ਫੋਨ ਤੇ ਕੋਈ ਲੂਪ ਤੇ ਨਹੀਂ ਚੱਲ ਰਿਹਾ। ਫੋਨ ਤੇ ਗਾਣੇ ਕੋਈ ਨਹੀਂ, ਮੈਂ ਗਾਣੇ ਫੋਨ ਤੇ ਘੱਟ ਸੁਣਦਾ, ਮੈਂ ਤੁਹਾਨੂੰ ਸੱਚ ਦੱਸਾਂ। ਤੇ ਮੈਂ ਜੇ ਕਿਤੇ ਸੁਣਨਾ, ਮੈਂ ਉਹ ਵੀ ਸੱਚ ਦੱਸਦਾ ਤੇ YouTube ਤੇ ਮੈਂ ਵੇਖਦਾ ਨਾ, ਜਦ ਮੈਂ ਕੋਈ ਤਬਲੇ ਆਈਟਮਾਂ ਜਾਂ ਕੋਈ ਕਲਾਸੀਕਲ ਟਾਈਪ ਦੀ, ਇਹ ਮੇਰੀ ਆਪਣੀ ਫਲੇਵਰ, ਜਿੱਦਾਂ ਜਾਂ ਮੇਰੇ ਉਸਤਾਦ ਜੀ ਦੀ ਰਿਕਾਰਡਿੰਗਾਂ ਬਹੁਤ ਸਾਰੀਆਂ ਰਿਕਾਰਡ ਹੋਈਆਂ, ਉਹ ਮੈਂ ਸੁਣਦਾ ਰਹਿੰਦਾ ਗੱਡੀ 'ਚ ਵੀ। ਤੇ ਲੋਕੀ ਕਹਿੰਦੇ ਨੇ ਵੀ ਕੀ ਹੈ, ਮੈਂ ਕਿਹਾ ਮੈਂ ਬੰਦਿਸ਼ਾਂ ਸੁਣਦਾ ਹੁੰਦਾ। ਕਹਿੰਦੇ ਬੰਦਿਸ਼ ਕੀ ਹੁੰਦਾ? ਮੈਂ ਕਿਹਾ ਮੈਂ ਤੁਹਾਨੂੰ ਸੁਣਾਉਂਦਾ ਥੋੜੀ ਜਿਹੀ। ਜਿਸ ਤਰ੍ਹਾਂ ਸਾਰੇ ਪਾ ਪਾ ਮ ਪਾ ਨੀ ਦਾ ਨੀ ਦਾ ਨੀ ਪਾ ਮ ਪਾ ਗ ਮ ਰੇ ਸਾ ਨੀ ਦਾ ਨੀ ਸਾ करे गजरा रे बदरा रे सजनी गन आवन दे रुक गट गन न पवन सन न आज मिलन दे करे गजरा रे बदरा रे सजनी गन आ। मैं कि इस तरह चकती चीज़ें ਤੁਸੀਂ ਆਪਣੇ ਰਾਜ਼ ਦੱਸੀ ਜਾ ਰਹੇ ਹੋ, ਤੁਹਾਡਾ ਕੰਪੀਟੀਸ਼ਨ ਵੱਧ ਜਾਣਾ ਬਹੁਤ ਜ਼ਿਆਦਾ। ਸੋ ਜਿਨ੍ਹਾਂ ਨੇ ਨਹੀਂ ਵੀ ਸੁਣਿਆ, ਤੇ ਮੇਰੇ ਉਸਤਾਦ ਜੀ ਜਿਹੜੇ ਜਲੰਧਰ ਤੋਂ ਬਲਦੇਵ ਨਰੰਗ ਜੀ, ਪ੍ਰੋਫੈਸਰ ਬਲਦੇਵ ਨਰੰਗ ਜੀ, ਉਹਨਾਂ ਦਾ ਤੁਸੀਂ ਟਾਈਪ ਕਰੋ ਜੇ ਗਾਣਾ ਸੁਣਨਾ ਅਸਲੀ, ਤੇ ਉਹਨਾਂ ਦਾ ਸੁਣੋ। ਆਹਾ। ਤੇ ਅੱਜ ਕੱਲ ਕੀ ਤੁਸੀਂ ਔਨ ਲੂਪ ਸੁਣ ਰਹੇ ਹੋ? ਚਲੋ ਆਹੀ ਦੱਸ ਦੋ। ਆਹੀ ਵਾਲੀ ਬੰਦਿਸ਼ ਸੁਣ ਰਹੇ ਹੋ ਬਾਰ-ਬਾਰ ਰਿਪੀਟ ਤੇ? ਕੀ ਸੁਣ ਰਹੇ ਹੋ? ਨਹੀਂ, ਬਹੁਤ ਸਾਰੀਆਂ ਬੰਦੇ। ਇੱਕ ਮੈਂ ਸੁਣਿਆ, ਉਹ ਗਾਉਂਦੇ ਹੁੰਦੇ ਆ ਗੁਰੂ ਜੀ ਸਾਡੇ, ਉਸਗਾ ਦਾਰ ਦਾਰ ਪਾਤ ਪਾਤ ਫੂਲੇ, ਦਾਰ ਦਾਰ ਪਾਤ ਪਾਤ ਫੂਲੇ, ਦਾਰ ਦੇਖੋ ਅਜਬ ਬਹਾਰਤ ਆਈ, ਬਸੰਤ ਘਰ ਨਾਈ ਕੰਤ, ਅਬ ਯੁਦ ਮਿਲ ਮੋਏ ਕਲ ਨਾ ਪਰਤ ਸਖੀ, ਦਾਰ ਦਾਰ ਪਾਤ। ਵਾਓ, ਇਹ ਮੁਸ਼ਕਿਲ, ਮਤਲਬ ਬਹੁਤ, ਮੇਰੇ ਵੀ ਬਹੁਤ ਟਾਈਮ ਲੱਗਾ ਇਹਨੂੰ ਮਤਲਬ ਚੱਕਰ ਚ ਲਿਆਉਣ ਨੂੰ। ਡਿਫਿਕਲਟ ਹੈ ਕਾਫੀ। ਤੁਹਾਨੂੰ ਪਤਾ ਹੈ ਬਹੁਤ ਸਾਰੇ ਸਿੰਗਰਸ ਇਸ ਟਾਈਮ ਤੇ ਇਹ ਕਹਿੰਦੇ ਕਿ ਮੇਰਾ ਨਵਾਂ ਗਾਣਾ ਆਇਆ, ਮੈਂ ਉਹੀ ਲੂਪ ਤੇ ਸੁਣ ਰਿਹਾ, ਪਰ ਤੁਸੀਂ ਇੰਨੇ ਜ਼ਿਆਦਾ ਓਨੈਸਟ ਐਂਡ ਇਨੋਸੈਂਟ ਹੋ। ਤੁਸੀਂ ਸੱਚੀ ਨੇ ਮੈਂ ਆ ਬੰਦਿਸ਼ ਸੁਣਦਾ, ਮੈਂ ਆ 뮤직 ਸੁਣਦਾ। ਹਾਂ, ਜਦੋਂ ਕਨਵਰ ਜੀ ਮੈਂ ਦੱਸਣਾ ਵੀ ਜਦੋਂ ਮੇਰਾ ਗੀਤ ਆ ਗਿਆ ਘੜੀ, ਫੇਰ ਨਹੀਂ ਮੈਂ ਸੁਣਦਾ ਵਾਪਸ। ਹਾਂ, ਜਦੋਂ ਉਹਨੂੰ ਬਣਾਉਣਾ, ਸਟੂਡੀਓ ਤੋਂ ਆ ਕੇ ਸੁਣਨਾ, ਗੱਡੀ ਸੁਣ ਰਿਹਾ, ਮੈਂ ਜਾਂਦਾ ਹੋਏ ਵੀ ਸੁਣ ਰਿਹਾ, ਇਹਦੇ ਵਿੱਚ ਕੀ ਮੈਂ ਬੈਟਰ। ਜਦੋਂ ਉਹਦੀ ਮਿਕਸ ਮਾਸਟਰਿੰਗ ਹੋ ਗਈ, ਦੈਟਸ ਇਟ, ਫੇਰ ਨਹੀਂ ਸੁਣਨਾ। ਹਾਂ, ਕਿਤੇ ਰੇਡੀਓ ਤੇ ਕਿਸੇ ਨੇ ਜਾ ਕੇ ਸੁਣ ਲਿਆ, ਮੈਂ ਆਪ ਨਹੀਂ ਸੁਣਨਾ, ਕਿਉਂਕਿ ਉਹ ਡਨ ਆ, ਉਹ ਹੋ ਗਿਆ। ਹੁਣ ਉਹ ਲੋਕਾਂ ਦੇ ਹਵਾਲੇ ਆ। ਹਾਂ, ਮੈਂ ਹੁਣ ਸੁਣੀ ਜਾਊਂਗਾ, ਮੈਂ ਕਹਿਣਾ ਯਾਰ ਇਹਦੇ ਵਿੱਚ ਮੈਂ ਆ ਵੀ ਕਰ ਸਕਦਾ ਸੀਗਾ, ਜਾਂ ਆ ਵੀ ਕਰ ਸਕਦਾ, ਜੋ ਹੋ ਗਈ ਚੀਜ਼ ਛੱਡੋ। ਓ ਹਾਂ, ਇਸ ਤਰ੍ਹਾਂ ਹੁੰਦਾ। ਇੱਕ ਨਵੀਂ ਗੱਲ ਪਤਾ ਲੱਗੀ, ਸਹੀ ਆ, ਬਹੁਤ ਵਧੀਆ। ਓਕੇ, ਸੋ ਇੱਕ ਤਾਂ ਇਹੀ ਸਵਾਲ ਸੀਗਾ ਕਿ ਕਿਹੜੇ ਲੂਪ ਤੇ ਆ। ਦੂਜਾ ਸਵਾਲ ਮੇਰਾ ਇਹ ਸੀਗਾ ਕਿ ਤੁਸੀਂ ਹੁਣ ਕਿਹਾ ਤੁਸੀਂ ਫੋਨ ਤੇ ਗਾਣੇ ਹੀ ਨਹੀਂ ਸੁਣਦੇ, ਬਟ ਆਈ ਵਾਂਟਡ ਟੂ ਨੋ ਕਿ ਟੌਪ 5 ਗਾਣੇ ਤੁਹਾਡੀ ਪਲੇਲਿਸਟ ਦੇ ਵਿੱਚ ਕਿਹੜੇ ਹੈਗੇ ਆ? ਮੈਂ ਹੁਣ ਤੁਹਾਨੂੰ ਐਵੇਂ ਗੱਪਾਂ ਮਾਰੀ ਜਾਵਾਂ, ਮੇਰੀ ਆਦਤ ਨਹੀਂ। ਮੈਂ ਜਦੋਂ ਰਾਤ ਨੂੰ ਨਾ, ਮੈਂ ਇੰਸਟਰੂਮੈਂਟ 뮤직 ਬਹੁਤ ਸੁਣਦਾ। ਹਾਂਜੀ, ਜਿਸ ਤਰ੍ਹਾਂ ਤਬਲਾ ਹੋਇਆ, ਸੋਲੋ, ਕਿਉਂਕਿ ਤਬਲੇ ਦਾ ਮੈਨੂੰ ਬਹੁਤ ਸ਼ੌਂਕ ਹੈ। ਇਹਦਾ ਸਭ ਬਿਊਟੀਫੁਲ ਇੰਸਟਰੂਮੈਂਟ ਤਬਲਾ ਦੀ ਜਿਹੜੀ ਆਸ ਹੈ, ਉਹਦੀ ਜਿਹੜੀ ਟੋਨ ਹੈ ਨਾ, ਉਹਦੀ ਜਿਹੜੀ ਮੈਲੋਡੀ ਹੈ ਤਬਲੇ ਦੀ, ਤਾਂ ਹਾਂ ਜਿਹੜੀ ਆਸ ਹੈ, ਆ ਚੀਜ਼ ਸੁਰ ਬੋਲਦੀ ਹੈ ਤਬਲੇ ਵਿੱਚੋਂ, ਉਹ ਮਜ਼ਾ ਆਉਂਦਾ। ਤੇ ਡੁੱਗੀ ਦੇ ਵਿੱਚੋਂ ਗੇ 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 ਦਿੱਤੇ, ਗੇ ਗੇ ਦਿੱਤੇ, ਆਹਾ, ਐਸਾ ਮਜ਼ਾ ਆਉਂਦਾ ਨਾ। ਤੇ ਮੈਂ ਤਬਲਾ ਹੋਰ ਅੱਛੇ ਉਹਨਾਂ ਨੂੰ ਸੁਣਦਾ ਹੁੰਦਾ, ਅੱਛੇ ਰਾਗੀਆਂ ਨੂੰ ਸੁਣਦਾ। ਹਾਂਜੀ, ਧਰਮ ਸਿੰਘ ਜ਼ਖਮੀ ਹੋਇਆ, ਸਵਰਗੀ ਨਿਰਮਲ ਸਿੰਘ, ਆਪਣਾ ਖਾਲਸਾ ਜੀ, ਗੁਲਾਮ ਅਲੀ ਸਾਹਿਬ ਦੀ ਗਜ਼ਲਾਂ ਮੈਂ ਬਹੁਤ ਸੁਣੀਆਂ ਛੋਟੇ ਹੁੰਦੇ ਨੂੰ। ਤਬਲਾ, ਤਾਰੀ ਖਾਨ ਦਾ ਤਬਲਾ ਸੀ। ਇਹ ਚੀਜ਼ਾਂ ਮਤਲਬ ਜੋ ਸਾਡੇ ਭਾਈ ਸਾਹਿਬ ਸਾਨੂੰ ਸੁਣਾਉਂਦਾ ਸੀਗਾ, ਉਹ ਮੇਰੇ ਦਿਲ 'ਚ ਐਸੀਆਂ ਬਸੀਆਂ ਨਾ, ਹਜੇ ਵੀ ਮੈਂ ਸੁਣਦਾ ਹੁੰਦਾ, ਫਿਰ ਮੈਂ ਉਹਨਾਂ ਦੇ ਵਿੱਚੋਂ ਮਜ਼ਾ ਲੈਂਦਾ। ਇਹ ਨਹੀਂ ਵੀ ਮੈਂ ਨਵਿਆਂ ਨੂੰ ਨਹੀਂ ਅਪਰੀਸ਼ੀਏਟ ਕਰਦਾ, ਮੈਂ ਬਹੁਤ ਅਪਰੀਸ਼ੀਏਟ ਕਰਦਾ, ਲੇਕਿਨ ਮੇਰੀ ਜੇ ਆਪਣੀ ਜਾਤੀ ਰਾਈ ਹੈ ਜਾਂ ਮੇਰੇ ਆਪਣਾ ਸਵਾਦ ਹੈ, ਉਹ ਜੋ ਚੀਜ਼ਾਂ ਸੁਣ ਕੇ ਨਾ ਬੜਾ ਰਿਲੈਕਸੇਸ਼ਨ ਹੁੰਦਾ ਮਨ ਨੂੰ। ਅੱਛਾ, ਚਲੋ ਆ ਦੱਸੋ, ਤੁਹਾਡੀ ਲਾਈਫ ਦੇ ਵਿੱਚ ਤੁਹਾਡਾ ਆਈਨਾ ਕੌਣ ਹੈ? ਮਤਲਬ ਕੋਈ ਇਹੋ ਜਿਹਾ ਇਨਸਾਨ ਜੋ ਤੁਹਾਨੂੰ ਹਰ ਵਕਤ ਸ਼ੀਸ਼ਾ ਦਿਖਾਉਂਦਾ ਹੈ, ਇਹ ਗਾਣਾ ਵਧੀਆ ਹੈ ਤਾਂ ਵਧੀਆ ਹੈ, ਜੇ ਇਹ ਵਧੀਆ ਨਹੀਂ ਹੈਗਾ ਤਾਂ ਨਹੀਂ ਹੈਗਾ। ਯੋਰ ਕ੍ਰਿਟਿਕ। ਮੇਰੇ ਕ੍ਰਿਟਿਕਸ ਅਸਲ 'ਚ, ਮੈਂ ਹੁਣ ਤੈਨੂੰ ਇਹਦੇ ਬਾਰੇ ਕੀ ਦੱਸਾਂ, ਬੜਾ ਡਿਫਿਕਲਟ ਵੀ ਨਹੀਂ ਕੁਐਸਚਨ ਹੈ, ਲੇਕਿਨ ਮੈਂ ਕੋਸ਼ਿਸ਼ ਕੀਤੀ ਵੀ ਅੱਛਾ, ਮੈਂ ਪਹਿਲੀ ਤਾਂ ਇਹ ਗੱਲ ਹੁੰਦੀ ਜਦੋਂ ਵੀ ਗੀਤ ਹੈ ਜਾਂ ਵੀਡੀਓ ਆ, ਵੀ ਵੀਰ ਭੈਣ ਮਾਤਾ ਉਹ ਸਾਰੇ ਦੇਖ ਸਕਣ, ਫੈਮਿਲੀ ਟਾਈਪ, ਇਹ ਮੇਰਾ ਪੇਲ ਹੁੰਦਾ, ਮਕਸਦ ਹੈ ਨਾ। ਹੁਣ ਮੈਨੂੰ ਕੋਈ ਕਹਿੰਦਾ ਜਿੱਦਾਂ ਅੱਜ ਕੱਲ੍ਹ ਦੇ ਗੀਤ ਚੱਲਦੇ, ਤੂੰ ਉੱਦਾਂ ਦਾ ਕਿਉਂ ਨਹੀਂ ਗਾਉਂਦਾ? ਮੈਂ ਯਾਰ, ਮੈਂ ਕਿਹਾ ਗਾ ਸਕਦਾ, ਪਰ ਮੇਰਾ ਮਨ ਹੀ ਨਹੀਂ ਕਰਦਾ। ਮੈਂ ਕਿਸੇ ਨੂੰ ਮੈਂ ਵੱਡਾ ਜਾਂ ਕਿਸੇ ਦੀ ਡਾਂਗ ਮੈਂ ਸੱਟਾਂ ਜਾਂ ਕਿਸੇ ਦਾ ਬੰਦੂਕ ਲੈ ਕੇ ਆ, ਮੈਂ ਇਸ ਚੀਜ਼ ਨੂੰ
ਵਧੀਆ ਨਹੀਂ ਸਮਝਦਾ, ਮੇਰੇ ਆਪਣੇ ਠੀਕ ਹੈ ਨਾ। ਵਾਇਲੈਂਸ ਨੂੰ ਕਾਹਨੂੰ ਪ੍ਰਮੋਟ ਕਰਨਾ, ਹੋਰ ਇੰਨੀਆਂ ਵਧੀਆ ਵਧੀਆ ਟੌਪਿਕ ਆਪਾਂ ਲੈ ਸਕਦੇ ਹਾਂ। ਤੇ ਇਸ ਚੀਜ਼ ਨੂੰ ਲੈ ਕੇ ਕਿਉਂ ਨਹੀਂ ਆਪਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੀਏ, ਕੋਈ ਹੋਰ ਵੀ ਸੁਣਨਗੇ। ਹੁਣ ਕਈ ਜਦੋਂ ਗੀਤ ਸੁਣਦੇ ਆ ਨੌਨ ਪੰਜਾਬੀ ਤੇ ਉਹ ਸੋਚਦੇ ਨੇ ਪੰਜਾਬੀਆਂ ਕੋ ਆਹੀ ਆ ਵੀ ਕਿਸੇ ਦੀ ਲੱਤ ਵੱਢ ਦਿੱਤੀ, ਕਿਸੇ ਦੀ ਆਹ, ਕਿਸੇ ਨੂੰ ਟੰਗ ਦਿੱਤਾ, ਕਿਸੇ ਨੂੰ। ਅੱਜ ਕੱਲ ਤਾਂ ਇਹੀ ਹੈ ਨਾ, ਸੌਰੀ ਟੂ ਸੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਲੇਕਿਨ ਇਹ ਸਾਡਾ ਕਲਚਰ ਨਹੀਂ। ਬਹੁਤ ਕਲਚਰ ਰਿਚ ਆ ਤੇ ਇੰਸਟਰੂਮੈਂਟੇਸ਼ਨ ਇੰਨੀ ਰਿਚ ਆ। ਮੈਂ ਚਾਹਨਾ ਵੀ ਆਪਣੇ ਸਾਜ਼ ਵੀ ਹੁਣ ਜਿੱਦਾਂ ਸਿਤਾਰ, ਤਬਲਾ, ਅੰਗਰੇਜ਼ਾਂ ਨੂੰ ਵੀ ਪਤਾ ਜਦੋਂ ਕਿਤੇ ਵੱਜਦਾ ਨਾ ਵੀ ਇੰਡੀਅਨ ਸਾਊਂਡ ਹੈ, ਰਾਈਟ। ਭਾਵੇਂ ਇਫ ਦੇ ਮਾਈਟ ਨਾਟ ਨੋ ਕਿਹੜਾ ਇੰਸਟਰੂਮੈਂਟ ਹੈ, ਲੇਕਿਨ ਉਹਨਾਂ ਨੂੰ ਪਤਾ ਵੀ ਸਾਊਂਡ ਇਹ ਇੰਡੀਅਨ ਸਾਊਂਡ ਹੈ। ਬਿਲਕੁਲ। ਤੇ ਉਹ ਵੀ ਯੂਜ਼ ਕਰਦੇ ਕਈ। ਮੈਂ ਕਹਿੰਦਾ ਹੋਰ ਵੀ ਇੰਡੀਅਨ ਇੰਸਟਰੂਮੈਂਟਸ ਜਿਹੜਾ ਇੰਗਲਿਸ਼ ਮਿਊਜ਼ਿਕ ਦੇ ਵਿੱਚ ਆ ਰਹੇ ਸੀ, ਤੇ ਚਲੋ ਉਹਨਾਂ ਦੇ ਤੇ ਗਿਟਾਰ ਹੀ ਹੈ ਤੇ ਪਿਆਨੋ। ਸਾਡੇ ਕੋਲ ਤਾਂ ਇੰਨੇ ਇੰਸਟਰੂਮੈਂਟਸ ਹੈ ਯਾਰ, ਕਮਾਲ ਦੇ। ਰਾਈਟ। ਹਾਂ, ਤਾਂ ਫਿਰ ਅਜੇ ਵੀ ਇਹ ਨਹੀਂ ਦੱਸਿਆ ਕਿ ਬਿਗੇਸਟ ਕ੍ਰਿਟਿਕ ਕੌਣ ਆ ਤੁਹਾਡਾ। ਇਹ ਨਾ ਕਿਉਂ ਕਿ ਮੈਂ ਆਪ ਹੀ ਹਾਂ। ਨਹੀਂ, ਉਹ ਕ੍ਰਿਟਿਕਸ ਫਿਰ ਤੇ ਇੱਕ ਦੋ ਤਿੰਨ ਚਲੋ ਟੀਮ ਹੁੰਦੀ ਹੈ ਸਾਰਿਆਂ ਨੂੰ, ਹਨਾ। ਬਾਕੀ ਅੱਜ ਕੱਲ ਕੋਈ ਇਹੋ ਜਿਹਾ ਇਨਸਾਨ ਜੋ ਤੁਹਾਨੂੰ ਪਤਾ ਹੈ ਕਿ ਹੀ ਵਿਲ ਬੀ ਓਨੈਸਟ, ਇਹ ਮੈਨੂੰ ਸੱਚ ਦੱਸੂਗਾ ਜੇ ਮੈਂ ਆਪਣੇ ਗਾਣਿਆਂ ਨੂੰ ਲੈ ਕੇ, ਮਿਊਜ਼ਿਕ ਨੂੰ ਲੈ ਕੇ ਫੀਡਬੈਕ ਮੰਗਾ, ਤਾਂ ਦਿਸ ਪਰਸਨ ਵਿਲ ਨੈਵਰ ਲਾਈ। ਇਟ ਕੁਡ ਬੀ ਯੋਰਸੈਲਫ। ਮੇਰੇ ਹੁਣ ਦੇਖੋ ਵੱਡਾ ਵੀਰ ਸਾਡੇ ਭਾਈ ਸਾਹਿਬ ਦੇ ਨਾਲ ਮੇਚੀ ਇਸ਼ਾਰਾ ਜੀ, ਸਾਡੇ ਬਹੁਤ ਹੀ ਸੀਨੀਅਰ ਆ, ਵੱਡੇ ਵੀਰ ਹੈ, ਬਹੁਤ ਗ੍ਰੇਟ ਸਿੰਗਰ, ਅੰਮ੍ਰਿਤਸਰੀਆ ਮੁੰਡੇ ਆ, ਉਹਨਾਂ ਨੇ ਗੀਤ ਗਾਇਆ ਸੀਗਾ, ਪਰ ਪੂਰਾ ਚੋਇਸ ਸੀਗਾ। ਤੇ ਮੇਚੀ ਭਾਜੀ ਵੀ ਹੁੰਦਾ, ਜੱਸੀ ਜਲੰਧਰੀ, ਜਤਿੰਦਰ ਕੁਮਾਰ, ਇਹ ਵੀ ਸੁਣਦੇ ਆ ਨਾ, ਉਹਨਾਂ ਦੇ ਆਪਣੇ ਆਪਣੇ ਰਿਵਿਊਜ਼ ਹੁੰਦਾ, ਯਾਰ ਇਹ ਨਹੀਂ ਗੀਤ, ਨਕਮਾ ਗੀਤ, ਇਹਨੂੰ ਛੱਡ। ਸਿੱਧਾ ਮੈਂ ਕਿਹਾ ਮੈਨੂੰ ਦੱਸਿਆ ਕਰੋ, ਇਹ ਨਹੀਂ ਵੀ ਨਾਟ ਬੈਡ, ਨਾਟ ਬੈਡ ਨਹੀਂ। ਮੈਂ ਕਿਹਾ ਜੇ ਗੁੱਡ ਆ ਜੇ ਬੈਡ ਆ, ਨਾਟ ਬੈਡ ਦਾ ਕੀ ਮਤਲਬ ਹੈ? ਇਹ ਤਾਂ ਦੋ ਗੱਲਾਂ ਹੋ ਗਈਆਂ ਨਾ। ਏਦਾਂ ਹੁੰਦਾ, ਉਹਨਾਂ ਨੂੰ ਡਰ ਹੁੰਦਾ ਨਾ ਕਿ ਤੂੰ ਨਾਰਾਜ਼ ਨਾ ਹੋ ਜਾਏ। ਨਾ ਮੈਂ ਨਹੀਂ ਨਾਰਾਜ਼ ਹੁੰਦਾ। ਮੈਂ ਕਹਿੰਦਾ ਮੈਨੂੰ ਦੱਸੋ, ਮੈਂ ਹੋਰ, ਮੈਨੂੰ ਤਾਂ ਮਜ਼ਾ ਆਦਾ। ਕਵੇ ਪਿਆਰ ਚੀਜ਼ ਠੀਕ ਨਹੀਂ, ਉਹਨੂੰ ਕਰ ਠੀਕ, ਇਸ ਤਰ੍ਹਾਂ। ਓਕੇ, ਅੱਛਾ। ਤੇ ਪੈਂਡੇਮਿਕ ਓਵਰ ਹੋਣ ਤੋਂ ਬਾਅਦ ਸਭ ਤੋਂ ਪਹਿਲੀ ਚੀਜ਼ ਤੁਸੀਂ ਕਿਹੜੀ ਕਰੋਗੇ? ਜਦ ਇਹ ਲੋਕਡਾਊਨ ਖੁੱਲ ਜਾਊਗਾ, ਸਿਚੁਏਸ਼ਨ ਨਾਰਮਲ ਹੋ ਜਾਊਗੀ, ਸਭ ਤੋਂ ਪਹਿਲੀ ਸੱਚ ਕਨਵਰ ਜੀ ਗੱਲ ਇਹ ਆ ਵੀ ਪੈਂਡੇਮਿਕ ਜਦੋਂ ਬੰਦ ਹੋ ਗਿਆ ਉਦੋਂ ਵੀ ਅਸੀਂ ਮਿਊਜ਼ਿਕ ਦਾ ਮਜ਼ਾ ਲੈ ਰਹੇ, ਹੁਣ ਵੀ ਲੈ ਰਹੇ ਆ। ਕੀ ਡਿਫਰੈਂਟ ਹੋਣਾ? ਐਕਸਰਸਾਈਜ਼ ਦਾ ਵੀ ਸ਼ੌਂਕ ਹੋਵੇ, ਮੈਂ ਘਰੇ ਵੀ ਕਰੀ ਜਾਂਦਾ, ਤੇ ਇਹਦੇ 'ਚ ਕੀ ਆ, ਹੈਨਾ? ਕੁਝ ਏਦਾਂ ਨਹੀਂ ਵੀ ਮੈਂ ਤੁਹਾਨੂੰ ਕਹਾਂ ਵੀ ਮੇਰੇ ਬਹੁਤ ਐਕਸਟਰਾ ਆਰਡੀਨਰੀ ਹੈ, ਤੇ ਸਿੰਪਲ ਜੀ ਜ਼ਿੰਦਗੀ ਮੈਂ ਲਾਈਕ ਕਰਦਾ, ਬਸ ਸਿੰਪਲ ਜਿਹਾ, ਥੋੜਾ ਬਾਲਾ ਗਾ ਲਿਆ ਤੇ ਖਾ ਲਿਆ, ਬਸ ਯਾਰਾਂ ਦੋਸਤਾਂ ਨੂੰ ਮਿਲ ਲਿਆ। ਹੁਣ ਸੱਜਣ ਮਿੱਤਰ ਕਈ ਹੁਣ ਲੋਕਡਾਊਨ ਖੁੱਲਣਗੇ ਤਾਂ ਮਿਲਾਂਗੇ ਉਹਨਾਂ ਨੂੰ, ਜਿਹੜੇ ਖਾਸ ਆ ਸਾਡੇ, ਹਨਾ। ਵੈਸੇ ਤੁਹਾਨੂੰ ਪਤਾ ਹੈ ਜਦ ਇਹ ਇੰਟਰਵਿਊ ਪਬਲਿਕ ਹੋਊਗੀ ਨਾ ਲੋਕਾਂ ਲਈ ਸਾਡੀ, ਤਾਂ ਲੋਕਾਂ ਨੇ ਮੇਰਾ ਬਹੁਤ ਮਜ਼ਾਕ ਉਡਾਉਣਾ। ਉਹਨਾਂ ਨੇ ਕਹਿਣਾ ਕਿ ਦੇਖੋ ਸ਼ਿੰਦਾ ਭਾਜੀ ਤੁਹਾਨੂੰ ਕਨਵਰ ਕਹੀ ਜਾਂਦੇ ਆ, ਕਨਵਰ ਪੈ ਜਾਣਾ। ਸੌਰੀ, ਮੈਨੂੰ ਦੱਸਿਆ ਜੇ ਨਾ ਪਹਿਲਾਂ ਦੱਸਿਆ ਵੀ ਕਨਵਰ ਹੈ, ਤੇ ਉਹ ਮੇਰੇ ਪਤਾ ਨਹੀਂ ਦਿਮਾਗ 'ਚ ਪੈ ਗਿਆ, ਤੇ ਉਹ ਮਤਲਬ ਫਿਕਸ ਜੇ ਹੋ ਗਿਆ। ਸੌਰੀ, ਐਕਚੁਅਲੀ ਨਾ ਇਹ ਸਕੂਲ ਟਾਈਮ ਤੋਂ ਹੁੰਦਾ, ਲੋਕ ਨਹੀਂ ਪਤਾ ਲੱਗਦਾ ਕਿ ਐਨ ਇਜ਼ ਸਾਇਲੈਂਟ, ਤਾਂ ਮੈਨੂੰ ਬਹੁਤ ਲੋਕੀ ਅੱਜ ਵੀ ਕਨਵਰ ਹੀ ਬੁਲਾਉਂਦੇ ਆ। ਹਾਂ, ਇਸ ਕਰਕੇ ਤੁਸੀਂ ਯੂਜ਼ ਟੂ ਹੋਣਾ। ਤੇ ਅਸਲ 'ਚ ਮੈਨੂੰ ਏਦਾਂ ਦੱਸਿਆ ਗਿਆ ਸੀਗਾ ਕਾਲੇ ਭਾਜੀ ਉਹਨਾਂ ਨੇ, ਤੇ ਬਹੁਤ ਵਧੀਆ ਲੜਕੀ ਹੈ ਸਾਡੇ ਕੋਲ, ਤੇ ਇਸ ਕਰਕੇ ਉਹ ਮੈਂ ਪਤਾ ਨਹੀਂ ਦਿਮਾਗ 'ਚ ਪੈ ਗਈ, ਐਸੀ ਪੈ ਗਈ, ਮੈਂ ਮਾਫ ਕਰਨਾ ਤੁਹਾਨੂੰ, ਮੈਂ ਏਦਾਂ ਨਹੀਂ ਜਾਣ ਕੇ ਕਹਿ ਰਿਹਾ। ਨਹੀਂ, ਇਟਸ ਓਕੇ। ਮੈਂ ਓਦਾਂ ਨਾਰਮਲੀ ਹਾਸੇ ਵਾਲੀ ਗੱਲ ਕਰ ਰਹੀ, ਤੇ ਆਫਿਸ ਦੇ ਵਿੱਚ ਵੀ ਜੇਕਰ ਕਿਸੇ ਨੇ ਮੈਨੂੰ ਟੀਜ਼ ਕਰਨਾ ਨਾ, ਦੇ ਵਿਲ ਸੇ ਕਨਵਰ ਕਿੱਦਾਂ। ਹਾਂ, ਹੁਣ ਇੱਕ ਵਾਰੀ ਮੈਂ ਤੁਹਾਨੂੰ ਦੱਸਣਾ ਤੇ ਮੈਂ ਇੰਡੀਆ ਤੋਂ ਨਾ ਬੰਬੇ ਨੂੰ ਜਾ ਰਿਹਾ, ਚੰਡੀਗੜ੍ਹ ਤੋਂ ਮੈਨੂੰ ਮੁੰਡਾ ਛੱਡਣ ਆਇਆ 에ਅਰਪੋਰਟ ਤੇ ਜਦੋਂ ਉਸ ਟਾਈਮ ਹੁਣ ਤੁਸੀਂ ਐਂਟਰੀ ਨਹੀਂ ਸੀਗੀ ਕਿਸੇ ਨੂੰ, ਉਹਨੂੰ ਛੱਡ ਕੇ ਨਾ ਗੇਟ ਜੇ ਸੀਗੇ, ਅਗਲੇ ਨੇ ਚੱਲ ਜਾਣਾ, ਤੇ ਮੈਨੂੰ ਛੱਡਣ ਆਇਆ, ਤੇ ਹੋਮ ਗਾਰਡੀਆ ਸੀਗਾ, ਉਹਨੂੰ ਕਹਿੰਦਾ ਵੀ ਤੂੰ ਕਿਹਨੂੰ ਛੱਡਣ ਆਇਆ? ਉਹ ਕਹਿੰਦਾ ਮੈਂ ਭਾਜੀ ਸੁਖਸ਼ਿੰਦਰ ਸ਼ਿੰਦੇ ਦੇ ਨਾਲ ਆਇਆ। ਅੱਛਾ ਬਈ, ਤੇ ਉਹ ਮੈਨੂੰ ਦੇਖੀ ਜਾਵੇ, ਕਾਫੀ ਵੱਖਵਾ ਸੀਗਾ ਨਾ। ਉਹਨੂੰ ਕਹਿੰਦਾ ਬੱਲੇ ਬੱਲੇ, ਸਰੀਰ ਬੜਾ ਸ਼ਾਂਤ ਆ, ਕਹਿੰਦਾ ਇਹਦਾ ਕਹਿੰਦਾ ਗੀਤ ਆਇਆ ਸੀਗਾ ਵੀ ਬਦਲਾ ਲੈਣੀ ਸੋਹਣਿਆ ਮਾਂ ਦਾ ਜਾਇਆ। ਉਹ ਕਹਿੰਦਾ ਉਹ ਸੁਰਿੰਦਰ ਸ਼ਿੰਦਾ ਹੈ ਮਹਾਰਾਜ, ਇਹ ਸੁਖਸ਼ਿੰਦਰ ਸ਼ਿੰਦਾ ਆ। ਅੱਛਾ, ਉਹ ਜਿਹੜਾ ਤੇਜ਼ ਗਾਉਂਦਾ ਹੁੰਦਾ, ਕਹਿੰਦਾ ਹਾਂ ਇਹ ਉਹ ਆ। ਉਹਨੂੰ ਭੁਲੇਖਾ ਪੈ ਗਿਆ ਪਤਾ ਸੁਰਿੰਦਰ, ਉਹ ਤੁਹਾਨੂੰ ਪਤਾ ਉਹਦੀ ਸਿਹਤ ਵੱਡਾ ਹੈ ਭਾਜੀ, ਸਾਡਾ ਲਿਵਿੰਗ ਲੈਜੈਂਡ ਆ, ਤੇ ਕੀ ਬਾਤ ਉਹਨਾਂ ਦੀ। ਤੁਸੀਂ ਉਹਦੀ ਵੀ ਇੰਟਰਵਿਊ ਕੀਤੀ ਹੋਣੀ ਆ, ਬੜੇ ਕਮਾਲ ਦੀ ਬੰਦੇ। ਹਾਂਜੀ, ਇੰਟਰਵਿਊ ਕੀਤੀ, ਫਿਰ ਮਿਲੀ ਹੋਈ ਆ ਉਹਨਾਂ ਨੂੰ, ਤੇ ਮੈਂ ਉਹਨਾਂ ਨਾਲ ਗੀਤ ਵੀ ਗਾਇਆ, ਤੇ ਮੈਨੂੰ ਕਹਿੰਦਾ ਸੁਖਸ਼ਿੰਦਰ, ਉਹਦੀ ਆਵਾਜ਼ ਜਿੱਦਾਂ 5 ਬੰਦੇ ਬੋਲਦੇ ਆ, ਸੁਰਿੰਦਰ ਸ਼ਿੰਦਾ ਐਂਡ ਸੁਖਸ਼ਿੰਦਰ ਸ਼ਿੰਦਾ ਫਰਸਟ ਟਾਈਮ ਔਨ ਬਿਗ ਸਕਰੀਨ। ਮੈਨੂੰ ਲੱਗਦਾ ਇਹ ਤੁਹਾਡਾ ਹਿਡਨ ਟੈਲੈਂਟ ਸਾਨੂੰ ਪਤਾ ਲੱਗ ਗਿਆ, ਤੁਸੀਂ ਮਿਮਿਕਰੀ ਵਧੀਆ ਕਰਦੇ ਹੋ। ਨਹੀਂ, ਉਹ ਕਰ ਦਿੰਦਾ ਉਸਤਾਦ ਜੀ, ਤੇ ਚਲੋ ਬਹੁਤ ਲੈਜੈਂਡ ਬੰਦੇ ਆ, ਬੜਾ ਮਜ਼ਾ ਆਇਆ ਉਹਨਾਂ ਨਾਲ ਗੀਤ ਗਾ ਕੇ, ਤੇ ਲੈਜੈਂਡ ਬੰਦੇ ਹੋ ਮਹਾਰਾਜ, ਕੀ ਬਾਤ ਉਹਨਾਂ ਦੇ। ਉਹ ਕਹਿੰਦਾ ਹੁੰਦਾ ਬਹੁਤ ਵਧੀਆ ਐਕਟਿੰਗ ਕਰਕੇ ਦਿਖਾਈ, ਸ਼ਿੰਦਿਆਂ ਦੀ ਫਰੈਂਚਾਈਜ਼ ਹੋ ਗਈ ਕਹਿੰਦਾ ਹੁਣ।
ਇਦਾਂ ਦੀ ਉਹ ਭਾਰੀ ਆਵਾਜ਼ 'ਚ ਬੋਲ ਕੇ ਦੱਸੋ ਸ਼ਿੰਦਿਆਂ ਦੀ ਫਰੈਂਚਾਈਜ਼। ਹਾਂ ਬਈ ਸ਼ਿੰਦਿਆਂ ਦੀ ਫਰੈਂਚਾਈਜ਼ ਹੋ ਗਈ, ਸ਼ਿੰਦਾ ਫਰਤੀਲਾ, ਸ਼ਿੰਦਾ ਪਤੀਲਾ। ਓਕੇ ਕਈ ਨਾ ਲੈ ਦਿੰਦਾ। ਓ ਮਾਈ ਗॉड, ਤੁਸੀਂ ਹੋਰ ਕਿਹਦਾ ਦਾ ਸਟਾਈਲ ਦੱਸ ਸਕਦੇ ਹੋ? ਜੈਜ਼ੀ ਵੀ ਉਹਨਾਂ ਤੋਂ ਦੱਸ ਸਕਦੇ ਹੋ ਜਾਂ ਕਿਸੇ ਹਰਭਜਨ ਮਾਨ ਨਹੀਂ ਦਾ ਦੱਸ ਸਕਦੇ ਹੋ? ਸਟਾਈਲ ਨਹੀਂ, ਚਲੋ ਉਹਦੇ ਅਸੀਂ ਤੇ ਸਿੰਧੀ ਰੈਸੀ ਨਹੀਂ ਸਟਾਈਲ, ਚਲੋ ਕਿਸੇ ਦਾ ਉਹਨਾਂ ਦਾ ਗਾਇਕੀ ਕਿਆ ਬਾਤ, ਉਹਨਾਂ ਦੇ ਸੁਰਿੰਦਰ ਸਿੱਧੇ ਦੇ ਜਵਾਬ ਨਹੀਂ, ਲੈਜੈਂਡ ਬੰਦੇ। ਸਹੀ ਗੱਲ ਹੈ। ਅੱਛਾ ਤੁਸੀਂ ਉਹ ਕਹਿੰਦੇ ਸੀਗੇ ਤੁਹਾਡੇ ਲੁੱਕਸ ਦੀ ਗੱਲ ਕਰਦੇ ਆ, ਆਈ ਵਾਂਟ ਟੂ ਟਾਕ ਅਬਾਊਟ ਯੋਰ ਟਰਬਨ। ਇਹ ਰੈਪਿਡ ਫਾਇਰ ਕੁਐਸਚਨ ਹੈ, ਫਟਾਫਟ ਦੱਸੋ ਕਿੰਨੇ ਮੀਟਰ ਦੀ ਪੱਗ ਬੰਨਦੇ ਹੋ ਤੁਸੀਂ? ਇਹ 7:45। ਓਕੇ, ਐਂਡ ਮੈਨੂੰ ਲੱਗਦਾ ਅਗਲੀ ਵਾਰ ਨਾ ਮੈਂ ਟਿਊਟੋਰੀਅਲ ਵੀ ਲਵਾਂਗੀ, ਕਿਉਂਕਿ ਮੇਰੇ ਘਰੇ ਬਹੁਤ ਸਾਰੇ ਫੈਮਿਲੀ ਮੈਂਬਰਸ ਆ ਵਿਚ ਇਜ਼ ਲਾਈਕ ਯਾਰ ਜਿੱਦਾਂ ਦੀ ਸੁਖਸੁੰਦਰ ਸਿੰਧਾ ਭਾਜੀ ਬੰਦੇ ਆ ਨਾ, ਉਹ ਯੂਕੇ ਸਟਾਈਲ ਪੱਗ ਉਹ ਕਰਨੀ ਆ, ਉਹ ਕਿੱਦਾਂ ਹੋ ਸਕਦੀ ਆ? ਉਹ ਦੱਸੋ, ਮੈਂ ਤੁਹਾਨੂੰ ਦੱਸਾਂ ਕਰਮਰ ਜੀ, ਸੌਰੀ ਮਾਫ ਕਰਨਾ, ਹੁਣ ਕਰਮਰ ਜੀ ਨੂੰ ਫੇਰ ਹੁਣ ਏਦਾਂ ਆਉਣ ਦਿਓ। ਹੁਣ ਉਹ ਅਸਲ 'ਚ ਮੈਂ ਫਰੀਕੀ ਸਟਾਈਲ ਵੀ ਬਣਦਾ ਰਿਹਾ ਪੱਗ ਪਹਿਲਾਂ। ਉਹ ਕਿਹੜਾ ਸਟਾਈਲ ਹੁੰਦਾ? ਉਹ ਜਿੱਦਾਂ ਸਿੰਗਲ ਪੱਗ ਹੁੰਦੀ ਆ, ਉਹਦੇ ਹਨਾ ਉਹ ਜਿੱਦਾਂ ਤੈਅ ਲਾ ਕੇ ਨਾ ਉਹ ਪ੍ਰੈਸ ਵੀ ਕਰਦੇ ਹੁੰਦੇ ਕਈ। ਰਾਈਟ ਨਿੱਕੀ ਜਿਹੀ ਪੱਗ ਹੁੰਦੀ ਆ, ਫਰੀਕੀ ਸਟਾਈਲ ਉਹਨੂੰ ਕਹਿੰਦੇ ਆ। ਤੇ ਪਹਿਲਾਂ ਉਹ ਉਸ ਤਰ੍ਹਾਂ ਦੀ ਮੈਂ ਪੱਗ ਬਣਦਾ ਸੀਗਾ। ਫਿਰ ਮੈਂ ਇੰਡੀਆ ਨੂੰ ਜਾਣਾ ਸੀਗਾ, ਮੈਨੂੰ ਕਿਸੇ ਨੇ ਕਿਹਾ ਯਾਰ ਤੂੰ ਇੰਡੀਆ 'ਚ ਏਦਾਂ ਦੀ ਪੱਗਾਂ ਨਹੀਂ ਲਾਈਕ ਕਰਦੇ, ਵੀ ਤੂੰ ਚੇਂਜ ਕਰ। ਫਿਰ ਮੈਂ ਬਲਵਿੰਦਰ ਸਫਰੀ ਭਾਜੀ ਸਾਡੇ ਲੈਜੈਂਡ ਸੀ ਸਿੰਗਰ, ਮੈਂ ਸਫਰੀ ਭਾਜੀ ਸਾਡੇ ਲਾਗੇ ਰਹਿੰਦੇ ਸੀਗੇ। ਮੈਂ ਕਿਹਾ ਵੀ ਅੰਕਲ ਜੀ ਵੀ ਤੁਸੀਂ ਆਓ, ਮੈਨੂੰ ਉਹ ਆਪਣੇ ਅਸੀਂ ਜਿਹੜਾ ਨਾ ਹੈਂਸਵਰਥ ਰਹਿੰਦੇ ਸੀਗੇ, ਉੱਥੇ ਜੰਮਿਆ ਮੈਂ, ਹੈਂਸਵਰਥ ਬਰਮਿੰਘਮ ਦੇ ਵਿੱਚ, ਤੇ ਉੱਥੇ ਨਾਲ ਹੀ ਸਫਰੀ ਭਾਜੀ ਰਹਿੰਦੇ ਸੀਗੇ ਨਾਲ, ਤੇ AS ਕੰਗ ਜੀ। ਤੇ ਮੈਂ ਫਿਰ ਸਫਰੀ ਸਾਹਿਬ ਨੂੰ ਕਿਹਾ ਵੀ ਅੰਕਲ ਮੈਨੂੰ ਦੱਸੋ ਆ ਪੱਗ ਕਿੱਦਾਂ ਦੀ ਤੁਸੀਂ ਬੰਨ੍ਹਦੇ ਆ? ਉਹ ਮੈਨੂੰ ਕਹਿੰਦਾ ਡਬਲ ਪੱਗ ਹੈਗੀ ਹੈ ਦੇਖੋ। ਮੈਂ ਕਿਹਾ ਵੀ ਡਬਲ ਪੱਗ ਕਿੱਦਾਂ? ਕਹਿੰਦਾ ਵੀ ਸੀਨ ਲਾ ਕੇ ਡਬਲ। ਮੈਂ ਕਿਹਾ ਮੈਨੂੰ ਦੱਸੋ। ਫਿਰ ਉਹ ਲੈ ਕੇ ਆਇਆ ਪੱਗ 7 ਮੀਟਰ ਦੀ ਸੀਨ ਵਾਲੀ, ਵੀ ਪੂਣੀ ਕਰੀ ਦੀ ਪੱਗ ਦੀ। ਫਿਰ ਉਹਨਾਂ ਨੇ ਮੈਨੂੰ ਸਟਾਈਲ ਦੱਸਿਆ ਉਹ, ਤੇ ਫਿਰ ਕਿਉਂਕਿ ਮੈਂ ਅਫਰੀਕੀ ਸਟਾਈਲ ਬਣਦਾ ਸੀਗਾ ਤੇ ਉਹ ਮਿਕਸ ਜਿਹਾ ਹੋ ਗਿਆ ਸਟਾਈਲ ਦੋਨੇ। ਤੇ ਮੇਰਾ ਆਪਣਾ ਜਿੱਦਾਂ ਨਾ ਕੋਈ ਇਹ ਨਹੀਂ ਵੀ ਮੈਂ ਜਾਣ ਕੇ ਜਾਂ ਕਿੱਦਾਂ, ਵੀ ਵਿੱਚੇ ਡਬਲ ਸੀਨ ਵੀ ਆ ਤੇ ਇਹ ਉਹ ਸਟਾਈਲ ਵੀ ਵਿੱਚ ਆ ਗਿਆ। ਲੋਕੀ ਕਈ ਲਾਈਕ ਕਰਦੇ ਸੀ। ਚਲੋ ਜਿੱਦਾਂ ਦਾ ਕੋਈ ਬਣਦਾ ਨਾ ਉਦਾਂ ਦਾ ਹੋ ਜਾਂਦਾ, ਮਤਲਬ ਜਿੱਦਾਂ। ਬਿਲਕੁਲ। ਐਂਡ ਕਿੰਨਾ ਟਾਈਮ ਲੱਗਦਾ ਤੁਹਾਨੂੰ ਰੈਡੀ ਹੋਣ ਚ ਵਿਦ ਟਰਬਨ? ਹਾਂ 5 ਮਿੰਟ ਬਸ ਪੱਗ ਨੂੰ, ਵੱਧ ਤੋਂ ਵੱਧ। ਰੀਅਲੀ? ਹਾਂ ਬਾਲਾ ਨਹੀਂ ਨਾ। ਵਾਓ, ਤੁਸੀਂ ਸੱਚੀ ਟਿਊਟੋਰੀਅਲ ਵੀ ਦੇ ਸਕਦੇ ਹੋ, ਬਹੁਤ ਵਧੀਆ। ਹੁਣ ਕਈ ਸਿੰਗਰ ਆ ਨਾ ਪੱਗ ਵਾਲੇ, ਐਸੇ ਨਹੀਂ। ਮੈਨੂੰ ਕੋਈ ਜਦੋਂ ਸ਼ੂਟਿੰਗ ਸੀਗੀ ਮੈਨੂੰ ਕਹਿੰਦਾ ਪੱਗ ਚੇਂਜ ਕਰਨੀ ਹੈ, ਕਿੰਨਾ ਟਾਈਮ ਲੱਗੂਗਾ? ਮੈਂ ਕਿਹਾ ਵੱਧ ਤੋਂ ਵੱਧ ਕੀ ਵਰਦੀ ਵੀ ਚੇਂਜ ਕਰਨੀ? ਮੈਂ 10 ਮਿੰਟ। 10 ਮਿੰਟ? ਕਹਿੰਦਾ ਪੱਕੀ ਗੱਲ ਹੈ? ਮੈਂ ਕਿਹਾ ਹਾਂ। ਕਹਿੰਦਾ ਯਾਰ ਵੀ ਉਹ ਫਲਾਨਾ ਤੇ ਨਾ ਦਾ 2 ਘੰਟੇ ਪੱਗ ਬੰਨਣ ਨੂੰ, ਤੇ ਉਹ ਕਹਿੰਦਾ ਸੂਟਕੇਸ ਲਿਆਣਾ ਤਾਂ ਪੱਗ ਬੰਨ ਕੇ ਉਹ ਰੈਡੀ ਕਰੋ। ਉਹ ਕਿੰਨਾ ਟਾਈਮ ਲੱਗਦਾ ਨਾ, ਟੇਚੀ ਪੱਗਾਂ ਦਾ ਹੁੰਦਾ ਆਲਰੇਡੀ, ਜਦੋਂ ਜਿਹੜੀ ਕਲਰ ਬਣ ਗਈ ਉਹ ਸੈੱਟ ਕਰ ਲੈਣੀ, ਕੋਈ ਯਕਦਮ ਨਹੀਂ ਹੁੰਦੀ। ਵਾਓ, ਸਾਡੇ ਘਰੇ ਤਾਂ ਮੈਨੂੰ ਯਾਦ ਹੈ ਬਚਪਨ ਤੋਂ ਹੀ ਨਾ ਮੰਮਾ ਨੇ ਸਵੇਰੇ ਕਹਿਣਾ, ਪਾਪਾ ਜਦ ਪੱਗ ਬਣ ਰਹੇ ਹੋਣ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ, ਇੱਧਰ ਆ ਜਾਓ ਬਾਹਰ, ਪੱਗ ਬੰਨਣ ਦਿਓ। ਪਾਪਾ ਨੂੰ ਪੂਰਾ ਰੂਮ ਚਾਹੀਦਾ ਹੁੰਦਾ ਸੀ, ਦਰਵਾਜ਼ੇ ਦੇ ਕੁੰਡੇ ਨਾਲ ਪੱਗ ਬੰਦ ਕੇ ਇੱਕ ਸਾਈਡ ਉਹਨਾਂ ਨੇ ਪੌਣੀ ਕਰਨੀ ਆਪ ਹੀ, ਫਿਰ ਕਹਿਣਾ ਮੈਨੂੰ ਡਿਸਟਰਬ ਨਾ ਕਰੋ, ਮੈਨੂੰ ਬੰਨ ਲੈਣ ਦਿਓ। ਨਹੀਂ ਏਦਾਂ ਫਿਰ ਟਾਈਮ ਲੱਗਦਾ। ਫਿਰ ਚਲੋ ਜਦੋਂ ਸੋ ਹੋਰ ਵੀ ਕੁਐਸਚਨ ਸੀਗੇ ਮੇਰੇ ਕੋਲ ਰੈਪਿਡ ਫਾਇਰ ਦੇ, ਜਿੱਦਾਂ ਕਿ ਮੈਂ ਪੁੱਛ ਕੇ ਰਹਿਣਾ, ਤੁਸੀਂ ਕਰੀਮ ਦੱਸ ਦਿਓ ਕਿਹੜੀ ਲਾਉਂਦੇ ਹੋ। ਏਦਾਂ ਹੋ ਹੀ ਨਹੀਂ ਸਕਦਾ ਕੋਈ ਤੁਸੀਂ ਯੂਜ਼ ਨਾ ਕਰਦੇ ਹੋ। ਮੈਂ ਜਦੋਂ ਵੀ ਕਿਤੇ 에ਅਰ ਟਰੈਵਲਿੰਗ ਬਹੁਤ ਕਰਦਾ ਨਾ, ਤੇ ਜਦੋਂ ਕਿਤੇ 에ਅਰਪੋਰਟ ਤੇ ਜਾਈਦਾ ਡਿਊਟੀ ਫੀਸ ਕਰੀਮ ਵਗੈਰਾ, ਉੱਥੇ ਜਿਹੜੀਆਂ ਹੁੰਦੀਆਂ ਨਾ ਉਹ ਜਿਹੜੀਆਂ ਇੰਗਲਿਸ਼ ਮੈਡਮ ਜਿਹੜੀਆਂ ਉਹ ਵੇਚਦੀਆਂ ਨੇ ਕਰੀਮਾਂ ਨਾ, ਕਿਹੜੀ ਆ ਕਰੀਮ ਲੈਣਾ ਨਹੀਂ ਆਈ। ਇੱਕ ਸੀਗੀ ਉਹ ਬਹੁਤ ਵਧੀਆ ਸੀਗੀ, ਮੈਨੂੰ ਕਹਿੰਦੀ ਵੀ ਵਾਈ ਵੇਸਟਿੰਗ ਯੂਰ ਮਨੀ, ਕਹਿੰਦੀ ਮੋਇਸਚਰਾਈਜ਼ਰ ਚਾਹੀਦਾ, ਤੇ ਕਹਿੰਦਾ ਆ ਤੇ ਪੈਸੇ ਵੱਟਣ ਵਾਲੀ ਗੱਲ ਹੈ। ਉਹ ਮੈਨੂੰ ਆਪ ਕਹਿ ਰਹੀ ਹੈ ਵੀ ਆ ਤੁਸੀਂ ਹੁਣ ਇੰਨੇ ਪੈਸੇ ਲੈਣੇ, ਤੂੰ ਕਹਿੰਦੀ ਕੋਈ ਵੀ ਕਰੀਮ ਨਾ ਮੋਇਸਚਰਾਈਜ਼ਰ ਚਾਹੀਦਾ ਬਸ। ਉਹ ਮੈਨੂੰ ਸਾਫ਼ ਗੱਲ ਦੱਸਦੀ, ਉਹ ਭਾਵੇਂ ਵੇਚਦੀ ਸੀਗੀ ਲੇਕਿਨ ਉਹ ਚੰਗੀ ਸੀਗੀ। ਕਹਿੰਦੇ ਇਹ ਤੇ 9 ਆ ਨਾ, ਚੀਜ਼ ਉਹੀ ਆ ਵੀ ਤੁਸੀਂ 100 ਪਾਉਂਡ ਦੀ ਕਰੀਮ ਲੈ ਲਈ, ਤੁਸੀਂ 10 ਪਾਉਂਡ ਦੀ ਲੈ ਲਈ, ਗੱਲ ਤਾਂ ਸਕਿਨ ਨੂੰ ਮੋਇਸਟ ਰੱਖਣਾ। ਸੋ ਇਹ ਚੀਜ਼ ਰਾਈਟ। ਸਾਰੇ ਸੁਣ ਲਓ ਹੁਣ, ਕੋਈ ਸਨਸਕ੍ਰੀਨ, ਕੋਈ ਬੇਬੀ ਸੀਸੀ ਕਰੀਮ, ਕੁਝ ਨਹੀਂ, ਮੋਇਸਚਰਾਈਜ਼ਰ। ਮੈਂ ਵੀ ਇਹ ਕਰਨਾ ਹੁਣ ਤੋਂ, ਕਿਉਂਕਿ ਨਾ ਸੱਚੀ ਇਹ ਨਾ ਮੰਨਣ ਵਾਲੀ ਗੱਲ ਆ। ਹਰਭਜਨ ਮਾਨ ਜੀ ਹੋ ਗਏ, ਤੁਸੀਂ ਹੋ ਗਏ, ਤੁਹਾਡੇ ਟਾਈਮ ਉਹ ਤੁਹਾਡੀ ਜੋ ਇਹ ਲੀਗ ਹੈਗੀ ਹੈ ਨਾ, ਇਹ ਬੁੱਢੇ ਨਹੀਂ ਹੁੰਦੇ। ਯੂ ਗਾਇਜ਼ ਆਰ ਏਜਲੈਸ। ਹਰਭਜਨ ਮਾਨ ਵੀ ਬਹੁਤ ਸਭ ਤੋਂ ਬਹੁਤ ਵੱਡੇ ਆ, ਲੇਕਿਨ ਬਹੁਤ ਫਿਟ ਆ, ਲੁਕਸ ਵੈਰੀ ਗੁੱਡ। ਰਾਈਟ। ਐਂਡ ਹਰ ਕੋਈ ਆਹੀ ਕਹਿੰਦਾ ਕਿ ਇਹਦਾ ਇੱਕੋ ਹੀ ਟਿਪ ਆ ਕਿ ਸਵੇਰੇ ਛੇਤੀ ਉਠੋ। ਲੇਕਿਨ ਮੈਂ ਤੁਹਾਨੂੰ ਦੱਸ ਦਿੱਤਾ, ਹੋਰ ਕੋਈ ਨਹੀਂ, ਹੋਰ ਕਿਸੇ ਨੇ ਨਹੀਂ ਤੁਹਾਨੂੰ ਦੱਸਣਾ, ਇਹ ਵੀ ਤੁਹਾਨੂੰ ਦੱਸ ਦਿੰਦਾ। ਕੀ ਕਰੀਮ ਬਾਰੇ? ਹਾਂ, ਉਹ ਕੋਈ ਦੱਸਦੇ ਨਹੀਂ ਹੁੰਦਾ ਕੋਈ ਕਿਸੇ ਨੂੰ। ਯਾਨੀ ਕਿ ਕੋਈ ਤਾਂ ਜਾਦੂਈ ਕਰੀਮ ਹੈਗੀ ਆ।
ਚਲੋ ਕੋਈ ਨਾ। ਓਕੇ ਸੋ ਹੁਣ ਆਪਾਂ ਇੱਕ ਹੋਰ ਗੇਮ ਆ ਮੇਰੇ ਕੋਲ, ਤੁਹਾਡੇ ਗਾਣਿਆਂ ਦੇ ਨਾਲ ਰਿਲੇਟਡ ਆ। ਮੈਂ ਤੁਹਾਡੇ ਗਾਣੇ ਦਾ ਟਾਈਟਲ ਬੋਲਾਂਗੀ ਜੀ, ਤੁਸੀਂ ਉਹਦੀ ਇੰਗਲਿਸ਼ ਟ੍ਰਾਂਸਲੇਸ਼ਨ ਮੈਨੂੰ ਕਰਕੇ ਦੱਸਣੀ ਹੈ। ਜੀ ਹਾਂ, ਠੀਕ ਹੈ। ਓਕੇ, ਬਸ ਕਰ ਬਸ ਕਰ। ਸਟਾਪ ਇਟ ਸਟਾਪ ਇਟ। ਓਕੇ ਬਿਲਕੁਲ। ਚੱਕ ਦੇ ਬੋਲੀ। ਓ ਫਿੱਕ ਦੇ ਬੋਲੀ, ਫਿੱਕ ਦੇ ਬੋਲੀ। ਅੱਛਾ ਕਮਾਂਗੇ ਹੋਰ। ਅੱਛਾ ਕਹਣਾ ਹੁਰ। ਉਹ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਣਾ, ਹੋਰ ਤੁਸੀਂ ਕਿਹਾ ਨਾ ਗੀਤ ਤੇ ਮੈਨੂੰ ਯਾਦ ਆ ਗਈ ਗੱਲ। ਮੈਂ ਤੇ AS ਕੰਗ ਜੀ ਲਿਵਿੰਗ ਲੈਜੈਂਡ, ਹਾਂਜੀ, ਉਹ ਵੀ ਸਾਡੇ ਲਾਗੇ ਰਹਿੰਦੇ, ਬਹੁਤ ਗ੍ਰੇਟ ਆਰਟਿਸਟ। ਕਿਆ ਬਾਤ ਕੰਗ ਸਾਹਿਬ ਦੀ। ਅਸੀਂ ਗੁਰਦੁਆਰਾ ਸਾਹਿਬ ਸਾਡੇ ਲਾਗੇ ਕਈ ਵਾਰੀ ਇਕੱਠੇ ਬਾਬੇ ਨੂੰ ਚੱਕ ਕੇ ਨਾ ਅਸੀਂ ਚੱਲ ਜੰਨੇ ਆ। ਤੇ ਜਦੋਂ ਉੱਥੇ ਗਿਆ ਨਾ ਤੇ ਉਹ ਬਹਿ ਗਏ ਇੱਥੇ ਮੱਥਾ ਟੇਕ ਲਿਆ ਤੇ ਲੰਗਰ। ਮੈਂ ਕਿਹਾ ਵੀ ਬਾਬਾ ਜੀ ਮੈਂ ਪਾ ਕੇ ਲਿਆਣਾ ਲੰਗਰ, ਤੂੰ ਬਹਿ ਜਾ। ਤੇ ਜਦੋਂ ਮੈਂ ਗਿਆ ਉੱਥੇ ਨਾ ਲੰਗਰ ਪਾ ਕੇ ਲਿਆ, ਉਹਦੇ ਕੋਲ ਇੱਕ ਬੰਦਾ ਬੈਠਾ ਸੀਗਾ। ਉਹ ਕਹਿੰਦਾ ਵੀ ਕੰਗ ਸਾਹਿਬ ਇਹ ਛਿੰਦਾ ਬੜੇ ਵਧੀਆ ਗੀਤ ਗਾਉਂਦੇ ਸੀਗਾ ਯਾਰ, ਇਹਨੂੰ ਕੀ ਹੋ ਗਿਆ? ਕਹਿੰਦਾ ਕੀ ਗੱਲ? ਕਹਿੰਦਾ ਹੁਰ ਹੁਰ। ਆਖੋ ਕਿ ਇਹਦਾ ਕੀ ਮਤਲਬ ਹੋਇਆ? ਕਹਿੰਦਾ ਇਹ ਕੋਈ ਗੀਤ ਆ? ਉਹ ਕਹਿੰਦਾ ਉਹ ਯੰਗਸਟਰਾਂ ਵਾਸਤੇ, ਕਹਿੰਦਾ ਯੰਗਸਟਰਾਂ ਵਾਸਤੇ। ਓ ਗੋਡ। ਸੋ ਇਹਦਾ ਕੋਈ ਮਤਲਬ ਨਹੀਂ, ਇਹ ਤਾਂ ਸਿਰਫ ਉਦਾਂ ਸੀਗਾ ਜਿੱਦਾਂ ਆਪਾਂ ਕਹੀਏ ਨਾ ਦੁਰਾ, ਇਹਦਾ ਕੀ ਮੀਨਿੰਗ ਹੈ? ਕੁਛ ਵੀ ਨਹੀਂ। ਸੋ ਇਹਦਾ ਇੰਗਲਿਸ਼ ਟ੍ਰਾਂਸਲੇਸ਼ਨ ਨਹੀਂ ਹੋ ਸਕਦਾ। ਇਹਦਾ ਜਿਸੋ ਹਾਈਪ ਹੈ, ਬਸ ਹਾਈਪ ਕਵਾਂਗੇ ਬਸ। ਯੋ ਜਿੱਦਾਂ ਕਰਦੇ ਲੋਕੀ, ਇਹਦਾ ਕੋਈ ਮੀਨਿੰਗ ਥੋੜਾ। ਓਕੇ ਇਹ ਥੋੜਾ ਇਦਾਂ ਵੀ ਜਿੱਦਾਂ ਹਾਈਪ ਕਰਨਾ ਕਿਸੇ ਨੂੰ, ਹਨਾ? ਹਾਂਜੀ ਇਸ ਤਰ੍ਹਾਂ। ਓਕੇ ਮੁੱਛ ਖੜੀ। ਮੁਸਟੈਚ ਅਪ। ਰਾਈਟ, ਮੁਸਟੈਚ ਇਜ਼ ਅਪ। ਹਾਂ ਰਾਈਟ। ਨਾਨਕਾ ਮੇਲ। ਇਹਦਾ ਡਿਫਿਕਲਟ। ਨਾਨਕਾ ਮੇਲ ਤਾਂ ਕਿਸ ਤਰ੍ਹਾਂ ਕਹਾਂਗੇ? ਵੈਡਿੰਗ ਗ੍ਰੀਟਿੰਗਸ ਕਹਿ ਦਾਂਗੇ, ਵੈਡਿੰਗ ਗ੍ਰੀਟਿੰਗਸ। ਚਲੋ ਨਹੀਂ, ਇਹ ਵੀ ਨਹੀਂ ਪਾਣੀ ਗੱਲ। ਇਹਦਾ ਤੁਸੀਂ ਦੱਸੋ ਮੈਨੂੰ ਕੀ ਹੋ ਸਕਦਾ? ਮੈਂ ਤਾਂ ਬਹੁਤ ਹੀ, ਮੈਂ ਤਾਂ ਕੈਨੇਡਾ ਹੀ ਹੁਣੇ ਆਈ ਹਾਂ ਪਿਛਲੇ ਸਾਲ, ਮੇਰੇ ਤੇ ਅਜੇ ਆਪਾਂ ਸਿੱਖ ਰਹੇ ਹਾਂ। ਵੈਡਿੰਗ ਗ੍ਰੀਟਿੰਗਸ ਜਾਂ ਰਿਲੇਸ਼ਨਸ਼ਿਪਸ ਟੁਗੇਦਰ। ਵੈਡਿੰਗ ਗ੍ਰੀਟਿੰਗਸ ਹੀ ਹੋ ਸਕਦਾ, ਨਾਨਕਾ ਮੇਲ ਹੋਰ ਕੀ ਹੋਊਗਾ? ਰਾਈਟ। ਓਕੇ ਤੁਸੀਂ ਕ੍ਰਿਸਟਲ ਲਿਓ ਸਾਰਿਆਂ ਤੋਂ। ਨੋਟ ਤੇ ਫੋਟੋ ਸਰਦਾਰਾਂ ਦੀ। Sing on the note. Sing on the note. Sing on the bill. Okay, last. ਉਹ ਨਾ ਕੁੜੀ ਲੱਭਦੀ। Can't find that girl. ਇਹ ਤਾਂ ਸਿੱਧਾ ਹੀ ਆ। ਹਾਂ ਇਹ ਸਿੰਪਲ ਆ ਥੋੜਾ ਜਿਹਾ। ਚਲੋ ਵੈਰੀ ਗੁੱਡ, ਤੁਸੀਂ ਬਹੁਤ ਵਧੀਆ ਆਪਣੇ ਹੀ ਗਾਣਿਆਂ ਦੀ ਟ੍ਰਾਂਸਲੇਸ਼ਨ ਦੱਸੀ। ਹੋਰ ਤਾਂ ਜਮਾ ਹੀ ਕਮਾਲ ਸੀਗਾ ਵੈਸੇ ਉਹਦੇ ਨਾਲ। ਉਹਦੇ ਨਾਲ ਮੈਂ ਕਹਿੰਦਾ ਜਦੋਂ ਬੰਦੇ ਨੇ ਜ਼ਿਆਦਾ ਰੋਟੀਆਂ ਖਾਦੇ ਹੋਣ ਨਾ, ਫਿਰ ਉਹ ਕਰਦਾ। ਏਦਾਂ ਵੀ ਹੋ ਸਕਦਾ। ਤੁਸੀਂ ਗਾਣੇ ਦੀ 2 ਲਾਈਨਾਂ ਸੁਣਾ ਸਕਦੇ ਹੋ? ਹੁਣ ਇੰਨਾ ਜ਼ਿਆਦਾ ਹੁਰ ਹੁਰ ਹੋ ਗਿਆ ਆ। ਉਹ ਸੀਗਾ ਅੱਜ ਨਾ ਕਰਾਈ ਜੇ, ਉਹ ਅੱਜ ਨਾ ਕਰਾਈ ਜੇ ਮੈਨੂੰ ਜਾਣੀ ਆ ਪੰਜਾਬੀ। ਅੱਜ ਨਾ ਕਰਾਈ ਜੇ ਮੈਨੂੰ ਜਾਣੀ ਨਾ ਪੰਜਾਬੀ। ਵੈਸੇ ਤੁਹਾਨੂੰ ਪਤਾ ਹੈ ਇਹ ਹੁਰ ਵਰਡ ਦੀ ਐਸੋਸੀਏਸ਼ਨ ਲੰਡਨ ਦੇ ਨਾਲ ਬੜੀ ਪੁਰਾਣੀ ਆ। ਮਤਲਬ ਅਮਰੀਸ਼ ਪੁਰੀ ਜਿਹਦਾ ਸੀਨ ਸੀਗਾ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਫਿਲਮ ਚ, ਕਬੂਤਰਾਂ ਨੂੰ ਉਹ ਦਾਣੇ ਪਾਉਂਦੇ ਹੁੰਦੇ ਆ। ਐਂਡ ਸ਼ਾਹਰੁਖ ਖਾਨ ਹਮੇਸ਼ਾ ਕਹਿੰਦੇ ਹੁੰਦੇ ਹੁਰ ਹੁਰ, ਫਿਰ ਆਓ ਆਓ। ਸਹੀ ਵਾਹ। ਓਕੇ ਸੋ ਗੇਮ ਜੋ ਅਸੀਂ ਖੇਲਣੀ ਆ ਨਾ, ਉਹਦਾ ਨਾਂ ਆ ਨੈਵਰ ਹੈਵ ਆਈ ਐਵਰ। ਹਾਂਜੀ ਠੀਕ ਹੈ। ਮਤਲਬ ਮੈਂ ਇੱਕ ਸਿਚੁਏਸ਼ਨ ਦੱਸਾਂਗੀ ਐਂਡ ਤੁਸੀਂ ਦੱਸਣਾ ਕਿ ਤੁਸੀਂ ਉਹ ਕਦੇ ਕੀਤਾ ਜਾਂ ਨਹੀਂ ਕੀਤਾ। ਜੀ ਫॉर एग्जांपल ਜੇ ਮੈਂ ਕਿਹਾ ਨੈਵਰ ਹੈਵ ਆਈ ਐਵਰ ਵੌਰਨ ਅ ਬਲੈਕ ਟੀ-ਸ਼ਰਟ, ਤਾਂ ਜੇ ਤੁਸੀਂ ਲਾਈਫ ਦੇ ਵਿੱਚ ਕਦੇ ਬਲੈਕ ਟੀ-ਸ਼ਰਟ ਨਹੀਂ ਪਾਈ ਤਾਂ ਤੁਸੀਂ ਕਹਿ ਦਿਓ ਆਈ ਹੈਵ ਨਾਟ। ਸਮਝ ਗਿਆ। ਐਂਡ ਜੇ ਤੁਸੀਂ ਪਾਈ ਆ ਤਾਂ ਆਈ ਹੈਵ। ਪਰ ਇਹ ਐਗਜ਼ਾਮਪਲ ਕੁਐਸਚਨ ਹੈ, ਇੰਨੇ ਸੌਖੇ ਕੁਐਸਚਨ ਹੋਣੇ ਨਹੀਂ। ਠੀਕ ਹੈ, ਕੁਐਸਚਨ ਟਫ ਹੋ ਗਏ। ਯੂ ਆਰ ਰੈਡੀ? ਜੀ। ਓਕੇ ਨੈਵਰ ਹੈਵ ਆਈ ਐਵਰ ਸ਼ੌਪਲਿਫਟਡ। You have ਕਦ? ਉਹ ਸਵੀਟਾਂ ਕਈ ਦੀ ਹੁਣ ਵੀ ਜਦੋਂ ਜਾਂਦੇ ਨੇ ਸਾਡੇ ਬੀਬੀ ਨਾਲ ਕਈ ਦੀ, ਚਲੋ ਉਦਾਂ ਹੀ ਕੋਈ ਸੰਤਰਾ ਵਧੀਆ ਲੱਗਿਆ ਉਹ ਚੱਕ ਕੇ ਖਾ ਲਿਆ। ਸੰਤਰਾ ਸਵੀਟ ਹੁੰਦਾ ਉੱਤੇ? ਮੈਨੂੰ ਲੱਗਿਆ ਫਰੂਟ ਹੁੰਦਾ। ਹਾਂ ਕੋਈ ਸੇਬ ਖਾ ਲਿਆ ਚੱਕ ਕੇ, ਏਦਾਂ ਵਧੀਆ ਹੁੰਦਾ ਇਹ ਫਰੂਟ। ਹੋਰ ਕੀ ਸਹੀ। ਅੱਛਾ ਓਕੇ ਨੈਵਰ ਹੈਵ ਆਈ ਐਵਰ stolen a shampoo or soap from a 5-star hotel.
ਜਦ ਹੋਟਲਸ ਦੇ ਵਿੱਚ ਸਟੇ ਹੁੰਦਾ ਕਦੇ ਨਹੀਂ ਤੁਸੀਂ ਫ੍ਰੀ ਦੇ ਸ਼ੈਂਪੂ ਸਾਬਣ ਕੁਝ ਨਹੀਂ ਚੁੱਕਿਆ? ਚੱਕਦਾ ਮੇਰੇ ਨਾਲ ਦੇ ਜਿਹੜੇ ਉਹ ਚੱਕ ਦਿੰਦੇ ਆ। ਓਕੇ, ਨਾਲ ਦੇ ਨੇ ਚੱਕਿਆ। ਓਕੇ, never have I ever missed a bath। ਕਿੰਨੇ ਦਿਨਾਂ ਨੂੰ ਲਗਾਤਾਰ ਨਹੀਂ, ਇੱਕ ਦਿਨ ਕਿਤੇ ਹੋਇਆ ਮਿਸ ਹੋ ਗਿਆ, ਉਹ ਵੀ ਇਸ ਤਰ੍ਹਾਂ ਕਈ ਵਾਰੀ ਹੋ ਗਿਆ। ਹੁਣ ਤੇ ਜਦੋਂ ਹਾਲਾਤ ਕੁਛ ਇਸ ਤਰ੍ਹਾਂ ਦੇ ਸੀਗੇ ਵੀ ਨਹੀਂ ਬਣੀ ਗੱਲ, ਕਈ ਵਾਰੀ ਹੈ ਨਾ ਉਹ ਇੱਥੇ ਸਾਡਾ ਵਾਟਰ ਸਿਸਟਮ ਜਿੱਦਾਂ ਬੋਇਲਰ ਖਰਾਬ ਹੋ ਗਿਆ ਸੀਗਾ, ਨਹੀਂ ਚੱਲ ਗਿਆ। ਹੁਣ ਠੰਡੇ ਪਾਣੀ ਦਾ ਥੋੜਾ ਨਹਾਣਾ ਸੀਗਾ ਜੀ। ਬਿਲਕੁਲ ਹਾਂ, ਕਿਉਂਕਿ ਉਹਦੇ ਸਿਆਲਾਂ ਦੇ ਦਿਨ ਸੀਗੇ ਮਾਰਾ, ਤੇ ਕਈ ਕੁਛ ਦੇਖਣਾ ਪੈਂਦਾ। ਹਾਂ, ਡਰਾਈ ਕਲੀਨ ਹੀ ਹੋ ਗਏ ਫਿਰ। ਹਾਂ ਸਹੀ। ਅੱਛਾ, ਓਕੇ, never have I ever been caught cheating in an exam। ਤੁਸੀਂ ਕਦੇ ਚੀਟਿੰਗ ਨਹੀਂ ਕੀਤੀ? ਨਹੀਂ ਪੇਪਰਾਂ 'ਚ? ਨਹੀਂ, ਉਹ ਇੱਥੇ ਇੰਡੀਆ ਨਹੀਂ, ਇੱਥੇ ਤਾਂ ਚਲੋ ਸਿਸਟਮੈਟਿਕ ਚੱਲਣਾ ਪੈਂਦਾ, ਤੁਹਾਨੂੰ ਪਤਾ ਯੂਕੇ ਆ ਤੇ ਹੁਸ਼ਿਆਰ ਸੀ ਤੇ ਉਹਦੇ ਬਗੈਰ ਹੁੰਦੇ ਸੀਗੇ ਐਨ ਲੋਕਾਂ ਚੰਗੀ ਤਰ੍ਹਾਂ ਨਿਗਰਾਨੀ ਰੱਖਦੇ ਸੀਗੇ, ਹਨਾ। ਇੰਡੀਆ ਚ ਪੁੱਛਦਾ ਨਹੀਂ, ਤੁਹਾਨੂੰ ਪਤਾ ਆ ਕਿ ਉੱਥੇ ਭਾਵੇਂ ਹੱਥ ਤੇ ਲੈ ਕੇ ਹੁਣ ਕੁਐਸਚਨ ਜੇ ਜਿੱਥੇ ਮਰਜੀ ਉੱਥੇ ਫੁੱਲ ਇੱਥੇ ਦੇਖਦੇ ਆ ਚੰਗੀ ਤਰ੍ਹਾਂ। ਹਾਂ, ਤੇ never have I ever failed in an exam। ਇਹ ਫੇਲ ਤਾਂ ਜੋ ਹੋਏ, ਸੌਰੀ ਉਹ ਕਿਹੜਾ ਪੇਪਰ, ਉਹ ਕਿਹੜਾ ਸਬਜੈਕਟ ਸੀ? ਉਹ ਜਦੋਂ ਸਕੂਲ ਹੁੰਦੇ ਸੀ, ਕਿਉਂਕਿ ਇੰਗਲਿਸ਼ ਜਾਂ ਮੈਥਸ ਦੇ ਵਿੱਚ, ਅਸਲ 'ਚ ਮੈਂ ਤੁਹਾਨੂੰ ਦੱਸਾਂ ਸੱਚ ਦੇ ਵਿੱਚ, ਇੱਕ ਕਲਾਸ ਦੇ ਵਿੱਚ ਮੈਂ ਮੈਥਸ ਕਲਾਸ ਦੇ ਵਿੱਚ ਹੁੰਦਾ ਸੀਗਾ ਤੇ ਮੈਂ ਟੇਬਲ 'ਚ ਜਾ ਕੇ ਰਿਆਈ ਜਾਣਾ ਏਦਾਂ, ਉਹ ਮੈਨੂੰ ਕਲਾਸ 'ਚੋਂ ਕੱਢ ਦਿੱਤਾ। ਪਹਿਲੇ ਮੈਨੂੰ ਵਾਰਨਿੰਗ ਦਿੱਤੀ 2 ਵਾਰੀ, ਕਹਿੰਦਾ ਯਾਰ ਟਕ ਟਕ ਕਰਦਾ ਰਹਿੰਦਾ, ਇਹਨੂੰ ਬਾਹਰ ਕੱਢੋ। ਉਹ ਸਾਨੂੰ ਆਵਾਜ਼ ਸੀਗੀ ਜੇ ਤਬਲਾ ਜਿਹਾ ਵਜਾਈ ਜਾਣਾ ਟੇਬਲ ਤੇ, ਕਹਿੰਦਾ ਯਾਰ ਗੈਟ ਆਊਟ ਆਫ ਕਲਾਸ। ਓਕੇ, ਅਗਲੀ ਵਾਰ ਮੈਂ ਇਹ ਸਵਾਲ ਵੀ ਐਡ ਕਰ ਲੂੰਗੀ, never have I ever been get out ਟਾਈਪ ਦਾ ਕੁਐਸਚਨ। ਤੁਸੀਂ ਨਵਾਂ ਕੁਐਸਚਨ ਦੱਸਤਾ। ਓਕੇ, never have I ever fallen in love at first sight। ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੋਈ। ਤੇ ਪਿਆਰ ਕੀਤਾ ਜੀ, ਸਾਜਾਂ ਨੂੰ ਪਿਆਰ ਕੀਤਾ, ਸੰਗੀਤ ਨੂੰ ਪਿਆਰ ਕੀਤਾ। ਅੱਛਾ, ਹਾਂ ਸਹੀ ਗੱਲ ਹੈ ਜੀ। ਅੱਛਾ, never have I ever cried watching a film। ਉਹ ਤਾਂ ਹੋ ਜਾਂਦਾ, ਬਹੁਤ ਵਾਰੀ ਹੋਇਆ, ਕਦੀ ਸ਼ੁਰੂ ਹੋਇਆ, ਕਿਉਂਕਿ ਮੈਂ ਕਹਿੰਦਾ ਨਾ ਜਿਹੜਾ ਮਿਊਜ਼ਿਕ ਵਾਲਾ ਬੰਦਾ ਉਹਦੇ ਵਿੱਚ ਜਜ਼ਬਾਤ ਨਾ ਹੋਵੇ ਨਾ, ਤੇ ਉਹ ਕਲਾਕਾਰ ਕਾਹਦਾ, ਇਮੋਸ਼ਨ ਦੀ ਗੇਮ ਹੈ ਇਹ ਸਾਰੀ। ਹਾਂਜੀ ਰਾਈਟ, ਬਿਲਕੁਲ। ਸੋ ਇਸ ਕਰਕੇ ਜਦੋਂ ਕੋਈ ਸੀਨ ਏਦਾਂ ਦਾ ਹੋਵੇ, ਕੋਈ ਜਜ਼ਬਾਤੀ ਹੋਇਆ, ਤੇ ਬੰਦਾ ਚ ਆ ਜਾਂਦਾ ਯਾਰ, ਫੀਲਿੰਗਸ ਆ ਹਰੇਕ ਦੇ। ਬਿਲਕੁਲ, ਪੱਥਰ ਦਿਲ ਥੋੜਾ। ਹਾਂਜੀ, ਤੇ ਹਰੇਕ ਦਾ ਹੁੰਦਾ, ਖਾਸ ਕਰਕੇ ਮਿਊਜ਼ੀਸ਼ੀਅਨ ਬੰਦੇ ਜਿਹੜੇ, ਉਹਨਾਂ ਦਾ ਡੈਲੀਕੇਟ ਹੁੰਦਾ, ਜਿਹੜਾ ਸੋਲ ਜਿਹਾ ਹੁੰਦਾ ਕੰਮ। ਬਿਲਕੁਲ ਸਹੀ ਗੱਲ ਹੈ। never have I ever worked with someone I hated। ਨਹੀਂ, ਏਦਾਂ ਨਹੀਂ। ਇੱਕ ਵਾਰੀ ਮੈਂ ਕਿਸੇ ਗਰੁੱਪ ਨਾਲ ਗਿਆ ਸੀਗਾ, ਹੁਣ ਮੈਂ ਨਾਂ ਨਹੀਂ ਦੱਸਣਾ, ਉਦੋਂ ਮੈਂ ਬਹੁਤ ਛੋਟਾ ਸੀਗਾ ਤੇ ਬਹੁਤ ਦੂਰ ਦੀ ਕੰਟਰੀਜ਼ ਗਏ ਸੀਗੀ। ਮੇਰੀ ਇਸ ਦਾਲ ਨਹੀਂ ਗਲੀ ਕਿਸੇ ਨਾਲ ਯਾਰ। ਉਹ 5 ਦਿਨ ਸੀਗੇ, ਮੈਨੂੰ ਏਦਾਂ ਲੱਗਾ ਪਤਾ ਨਹੀਂ ਜਿੱਦਾਂ 5 ਮਹੀਨੇ ਹੁੰਦੇ ਯਾਰ। ਮੈਂ ਸੋਚਾਂ ਵੀ ਛੱਡਿਆ ਪੰਗਾ ਲੈ ਲਿਆ ਤੇ ਤੇਰੀ ਤਾਂ ਦਾਲ ਨਹੀਂ ਗਲਦੀ ਕਿਸੇ ਨਾਲ। ਉਹ ਫਿਰ ਉਹਨਾਂ ਦੇ ਗਾਂ ਬੱਚੇ ਸੀਗੇ ਨਿੱਕੇ ਨਿੱਕੇ, ਉਹਨਾਂ ਨਾਲ ਫਿਰ ਮੇਰੀ ਸੈਟਿੰਗ ਹੋ ਗਈ ਤੇ ਚਲੋ ਉਹਨਾਂ ਦਾ ਖੇਡਦੇ ਰਹਿਣਾ ਤੇ ਟਾਈਮ ਪਾਸ ਹੋ ਗਿਆ। ਉਹ ਜਿਹੜੇ ਗਰੁੱਪ ਵਾਲੇ ਸੀਗੇ ਉਹਨਾਂ ਨਾਲ ਮੇਰੀ ਦਾਲ ਨਹੀਂ ਗਲੀ ਕਿਸੇ ਨਾਲ। ਓਕੇ, ਚਲੋ ਲਾਸਟ ਦੇ 2 ਕੁਐਸਚਨ ਜੀ। never have I ever lied in this game। No, the truth is ਦੱਸਿਆ। Okay, and last question, never have I ever called Kanwar Kanwar। ਨਹੀਂ, ਇਹ ਤਾਂ ਚਲੋ ਤੁਸੀਂ ਇਹ ਗੱਲ ਛੱਡਣੀ ਨਹੀਂ ਹੁਣ ਮਹਾਰਾਜ, ਕੋਈ ਗੱਲ ਨਹੀਂ, ਸੌਰੀ। ਹੁਣ ਨੈਕਸਟ ਟਾਈਮ ਜਦੋਂ ਕਰਾਂਗੇ ਨਾ, ਦੇਖੋ ਐਨ ਮੈਂ ਪ੍ਰੈਕਟਿਸ ਕਰਕੇ ਆਉਂਗਾ, ਤੁਹਾਡਾ ਪਰਫੈਕਟ ਬੋਲੂੰਗਾ ਨਾ, ਦੇਖਿਓ। ਡਨ, ਠੀਕ ਆ। ਓਕੇ, ਸੋ ਮੈਨੂੰ ਲੱਗਦਾ ਹੁਣ ਆਪਾਂ ਸਵਾਲ ਤਾਂ ਕਾਫੀ ਕਰ ਲਏ, ਪਰ ਇੱਕ ਕੁਐਸਚਨ ਜੋ ਮੈਂ ਬਹੁਤ ਟਾਈਮ ਤੋਂ ਸੋਚਦੀ ਸੀਗੀ ਕਿ ਤੁਹਾਨੂੰ ਇੰਨੇ ਜ਼ਿਆਦਾ ਸਾਲ ਹੋ ਗਿਆ ਇੰਡਸਟਰੀ ਦੇ ਵਿੱਚ, ਲਾਈਕ ਆਫਟਰ 17 ਇਅਰਸ ਤੁਸੀਂ 17 ਸਾਲ ਪੁਰਾਣੇ ਗਾਣੇ ਦਾ ਪਾਰਟ 2 ਕੱਢਿਆ, ਤੁਸੀਂ ਫਿਲਮਾਂ ਦੇ ਵਿੱਚ ਐਜ਼ ਐਨ ਐਕਟਰ ਆਉਣ ਦੀ ਕਦੇ ਨਹੀਂ ਸੋਚੀ? ਇੱਕ ਦੋ ਆਫਰ ਆਏ ਸੀਗੇ, ਲੇਕਿਨ ਉਹ ਸਟੋਰੀ ਨਹੀਂ ਸੀਗੀ। ਲੇਕਿਨ ਹੁਣ ਤੁਸੀਂ ਪੁੱਛ ਰਹੇ ਹੋ, ਵੈਸੇ ਸੱਚ ਦੱਸਿਆ ਤੁਸੀਂ ਪੁੱਛਿਆ ਵੀ ਯੂਕੇ ਦੇ ਵਿੱਚ ਕੁਝ ਬਣਾਉਣ ਦੀ, ਲੇਕਿਨ ਆ ਲਾਕਡਾਊਨ ਵਿੱਚ ਆ ਗਿਆ ਤੇ ਉਹ ਵੀ ਸਟਾਪ ਹੋ ਗਿਆ। ਬਾਕੀ ਚਲੋ ਜਦੋਂ ਓਪਨ ਹੋਊਗਾ ਦੇਖੋ, ਜੋ ਸਤਿਗੁਰੂ ਦਾ ਹੁਕਮ ਆ, ਇੱਕ ਸਾਡੇ ਕੋਲ ਹੈ ਕੋਈ ਇੱਕ ਪ੍ਰੋਜੈਕਟ ਜੋ ਮੈਨੂੰ ਲੱਗਦਾ ਮੈਨੂੰ ਸੂਟ ਕਰੇਗਾ, ਉਹਦੇ ਪਲੈਨਿੰਗ ਚੱਲ ਰਹੀ ਹੈ। ਬਾਕੀ ਜੋ ਮਾਲਕ ਦਾ ਹੁਕਮ ਹੈ, ਜੋ ਕਿੱਥੇ ਤੱਕ ਪਹੁੰਚਦੀ ਗੱਲ। ਕੀ ਬਾਤ ਹੈ, ਕੀ ਬਾਤ ਹੈ। ਚਲੋ ਇਹ ਵੀ ਇੱਕ ਹੋਰ ਨਵਾਂ ਸਰਪ੍ਰਾਈਜ਼ ਆਉਣ ਵਾਲਾ ਹੁਣ। ਹਾਂ,
ਠੀਕ ਆ ਜੋ ਕਿ ਹੋ ਸਕਦਾ ਕਿਉਂਕਿ ਅਸੀਂ ਕਨਵਰ ਜੀ ਜੋ ਅਸੀਂ ਹੁਣ ਕੀਤਾ ਜਿੱਥੇ ਤੱਕ ਪਹੁੰਚੇ ਆ ਕਦੇ ਇੰਨਾ ਨਹੀਂ ਸੋਚਿਆ ਸੀ ਵੀ ਇੱਥੇ ਪਹੁੰਚਾਂਗੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਮੈਂ ਤਾਂ ਇਦਾਂ ਹੀ ਸੀਗਾ ਵੀ ਕਿਸੇ ਨਾਲ ਸਾਜ਼ ਪਿਆਂਦਾ ਵੀ ਖੁਸ਼ ਸੀਗਾ ਕਿਸੇ ਨਾਲ ਬਾਜਾ ਪਿਆਂਦਾ ਵੀ ਪਿੱਛੇ ਖੁਸ਼ ਸੀਗਾ ਰਾਗੀਆਂ ਨਾਲ ਕੀਰਤਨ ਜਦੋਂ ਪਿਆਂਦਾ ਉਦੋਂ ਵੀ ਖੁਸ਼ ਸੀਗਾ ਤੇ ਮਾਲਕ ਨੇ ਬਖਸ਼ਿਸ਼ ਕੀਤੀ ਵੀ ਇੱਥੇ ਤੱਕ ਮੈਂ ਕਹੂੰਗਾ ਵੀ ਮੇਰੀ ਜ਼ਿੰਦਗੀ ਦੀ ਪ੍ਰਾਪਤੀ ਵੀ ਐਜ਼ ਅ ਮਿਊਜ਼ੀਸ਼ੀਅਨ ਵੀ ਮੈਨੂੰ ਬਹੁਤ ਇੱਜ਼ਤ ਮਾਣ ਮਿਲਿਆ ਐਜ਼ ਅ ਸਿੰਗਰ ਵੀ ਮੈਨੂੰ ਬਹੁਤ ਇੱਜ਼ਤ ਮਾਣ ਮਿਲਿਆ ਐਜ਼ ਅ ਮਿਊਜ਼ਿਕ ਡਾਇਰੈਕਟਰ ਵੀ ਮੈਨੂੰ ਇੱਜ਼ਤ ਮਾਣ ਮਿਲਿਆ ਤਿੰਨ ਹੀ ਕੈਟੇਗਰੀਜ਼ ਦੇ ਵਿੱਚ ਬਹੁਤ ਮਾਲਕ ਨੇ ਕਿਰਪਾ ਕੀਤੀ ਆ ਤੇ ਲੋਕੀ ਸਤਿਕਾਰ ਕਰਦੇ ਆ ਕੰਮ ਨੂੰ ਅਪਰੀਸ਼ੀਏਟ ਕੀਤਾ ਬਸ ਇਹੀ ਹੁੰਦਾ ਜ਼ਿੰਦਗੀ 'ਚ ਹੋਰ ਕੀ ਆ ਹੁਣ ਵੀ ਲੱਗੇ ਆ ਅਸੀਂ ਐਕਟਿੰਗ ਵੀ ਵਧੀਆ ਹੋ ਗਈ ਤੁਸੀਂ ਸੁਰਿੰਦਰ ਸ਼ਿੰਦਾ ਜੀ ਦੀ ਇੰਨੀ ਵਧੀਆ ਐਕਟਿੰਗ ਕਰਕੇ ਦਿਖਾਈ ਉਹ ਤਾਂ ਸਰਪ੍ਰਾਈਜ਼ ਥੈਂਕ ਯੂ ਸ਼ਿੰਦਾ ਭਾਜੀ ਬਹੁਤ ਵਧੀਆ ਲੱਗਿਆ ਐਂਡ ਸੱਚੀ ਇਹ ਐਕਟਿੰਗ ਵਾਲਾ ਕੰਮ ਬਹੁਤ ਸਿਰਾ ਆ ਮੈਨੂੰ ਨਹੀਂ ਪਤਾ ਸੀ ਇਹ ਹਿਡਨ ਟੈਲੈਂਟ ਹੈਗਾ ਆ ਕਿਉਂਕਿ ਤੁਹਾਡੀ ਇਮੇਜ ਏਦਾਂ ਦੀ ਬਣੀ ਹੋਈ ਆ ਲਾਈਕ ਹੀ ਇਜ਼ ਵੈਰੀ ਇਨੋਸੈਂਟ ਵੈਰੀ ਸ਼ਰੀਫ ਹਾਂਜੀ ਹਾਂਜੀ ਕਰਨ ਵਾਲੇ ਪਰ ਤੁਸੀਂ ਇਹ ਬਹੁਤ ਸਾਰੀਆਂ ਗੱਲਾਂ ਦੱਸ ਕੇ ਨਜ਼ਾਰੇ ਲਿਆਤੇ ਸੱਚੀ ਥੈਂਕ ਯੂ ਕੋਈ ਗੱਲ ਨਹੀਂ ਤੇ ਮੈਂ ਇਸ ਇੰਟਰਵਿਊ ਦੇ ਵਿੱਚ ਕਿਸੇ ਦੇ ਸ਼ਾਨ ਦੇ ਖਿਲਾਫ ਵੀ ਕੋਈ ਲਫ਼ਜ਼ ਬੋਲਿਆ ਮੈਂ ਕਿ ਮਾਦਾ ਜੱਜ ਗਿਆ ਤੇ ਬਸ ਸ਼ੁਕਰ ਮਿਲ ਆਇਆ ਜ਼ਿੰਦਗੀ ਦੇ ਵਿੱਚ ਇਹ ਵੀ ਇੱਕ ਹੱਸਣਾ ਖੇਡਣਾ ਇੱਕ ਜ਼ਿੰਦਗੀ ਦਾ ਹਿੱਸਾ ਆ ਸੋ ਥੈਂਕ ਯੂ ਸੋ ਮਚ ਕਮਰ ਜੀ ਤੇ ਰੇਡੀਓ ਵਾਲੀ ਕਮਰ ਹਾਂ ਇੱਥੇ ਆ ਗਿਆ ਨਾ ਸਹੀ ਹੁਣ ਤੇ ਰੈਡ ਐਫਐਮ ਦਾ ਵੀ ਬਹੁਤ ਧੰਨਵਾਦੀ ਆ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਦੇ ਰਹੇ ਆ ਇਸੇ ਤਰ੍ਹਾਂ ਮਾਲਕ ਬਖਸ਼ਿਸ਼ ਕਰਨ ਤੇ ਤੁਸੀਂ ਚੜ੍ਹਦੀਆਂ ਕਲਾ 'ਚ ਰਹੋ ਇਸ ਰੇਡੀਓ ਨੂੰ ਤੁਸੀਂ ਪੰਜਾਬੀ 뮤직 ਨੂੰ ਕਲਚਰ ਨੂੰ ਪ੍ਰਮੋਟ ਕਰ ਰਹੇ ਆ ਥੈਂਕ ਯੂ ਸੋ ਮਚ ਸ਼ਿੰਦਾ ਜੀ ਤੁਸੀਂ ਇੰਨਾ ਟਾਈਮ ਕੱਢਿਆ ਆਪਣਾ ਘਰ ਵੀ ਦਿਖਾਇਆ ਰਸੋਈ ਵੀ ਦਿਖਾਈ ਬਾਰਬੀਕਿਊ ਲਈ ਵੀ ਇਨਵਾਈਟ ਕਰਤਾ ਤੁਸੀਂ ਹਾਂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਥੈਂਕਸ ਅ ਲੋਟ ਥੈਂਕ ਯੂ Red FM